ਹਸਤ ਖੇਲਤ ਤੇਰੇ ਦਿਉਰੇ ਆਇਆ। ਅਗਲਾ ਵਿਅੰਗ। ਕੈਨੇਡਾ ਤੋਂ ਭਾਈ ਗੁਰਚਰਨ ਸਿੰਘ ਜਿਉਣ ਵਾਲਾ ਜਦੋਂ ਵੀ ਪੰਜਾਬ ਆਉਂਦਾ ਸੀ ਤਾਂ ਆਮ ਤੌਰ 'ਤੇ ਲੰਮਾ ਸਮਾਂ ਮੇਰੇ ਕੋਲ ਠਹਿਰਦਾ ਜਾਂ ਫਿਰ ਮੈਂ ਉਸ ਦੇ ਨਾਲ ਟੂਰ 'ਤੇ ਚੱਲ ਪੈਂਦਾ। ਦੋਵੇਂ ਅਸੀਂ ਪੰਜਾਬ ਦੇ ਵਿੱਚ ਆਪਣੇ ਢੰਗ ਦਾ ਪ੍ਰਚਾਰ ਕਰਨ ਦਾ ਉਪਰਾਲਾ ਕਰਦੇ। ਅਸੀਂ ਦੋਵੇਂ ਘਰੋਂ ਨਿਕਲ ਟੁਰਦੇ, ਕਿਸੇ ਕੋਲ ਚਾਹ ਪੀਣ ਦੇ ਬਹਾਨੇ, ਕਿਤੇ ਰੋਟੀ ਖਾਣ ਦੇ ਬਹਾਨੇ ਕੋਈ ਸਮਾਂ ਰੁਕਦੇ ਸਾਂ। ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ ਸੀ। ਕੁਝ ਸੀਡੀ ਅਤੇ ਕਿਤਾਬਾਂ ਉਹਨਾਂ ਨੂੰ ਦੇ ਦਿੰਦੇ ਸਾਂ। ਜੇ ਕਿਸੇ ਵੀਰ ਨੂੰ ਗੁਰਮਤ ਦੀ ਸੋਝੀ ਆਵੇ ਤਾਂ ਸ਼ੁਕਰ ਕਰੀਦਾ ਸੀ। ਕਿਤੇ ਸੈਮੀਨਾਰ, ਕਿਤੇ ਇਕੱਠ ਵਿੱਚ ਲੈਕਚਰ, ਸਕੂਲਾਂ ਕਾਲਜਾਂ ਵਿੱਚ ਕੁਝ ਬੋਲਣਾ ਜਾਂ ਲਿਟਰੇਚਰ ਦੇਣਾ। ਜੇ ਬੋਲਣ ਦਾ ਵਕਤ ਨਾ ਵੀ ਮਿਲੇ ਤਾਂ ਸੀਡੀ ਅਤੇ ਕਿਤਾਬਾਂ ਵੰਡ ਕੇ ਅਸੀਂ ਅੱਗੇ ਤੁਰ ਜਾਣਾ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵੱਲ ਪਹਾੜੀਆਂ ਦੇ ਉਤਰਾਅ ਚੜ੍ਹਾਅ, ਘੁੰਮਦੀਆਂ ਸੜਕਾਂ। ਮਾਰਚ ਮਹੀਨੇ ਵਿੱਚ ਪੰਜਾਬ ਦੇ ਹਜ਼ਾਰਾਂ ਨੌਜਵਾਨ ਮੋਟਰਸਾਈਕਲਾਂ 'ਤੇ ਟੋਲੀਆਂ ਬਣਾ ਕੇ ਘੁੰਮਣ ਫਿਰਨ ਨਿਕਲ ਜਾਂਦੇ ਹਨ। ਆਮ ਤੌਰ 'ਤੇ ਰਾਤ ਨੂੰ ਗੁਰਦੁਆਰਿਆਂ ਵਿੱਚ ਠਹਿਰਦੇ ਹਨ, ਕਿਉਂਕਿ ਹੋਟਲਾਂ 'ਚ ਠਹਿਰਨਾ ਬਹੁਤ ਮਹਿੰਗਾ ਪੈਂਦਾ ਹੈ। ਗੁਰਦੁਆਰਿਆਂ ਵਿੱਚ ਸਾਰਾ ਕੁਝ ਫ੍ਰੀ ਵਿੱਚ ਹੀ ਮਿਲ ਜਾਂਦਾ ਹੈ। ਬਹੁ ਗਿਣਤੀ ਨੌਜਵਾਨਾਂ ਨੇ ਦਾੜ੍ਹੀ ਕੇਸ ਕਟਵਾਏ ਹੁੰਦੇ ਹਨ, ਪਰ ਪੀਲੇ ਪਟਕੇ ਸਾਰਿਆਂ 'ਤੇ ਜ਼ਰੂਰ ਬੰਨ੍ਹੇ ਹੁੰਦੇ ਹਨ। ਸਾਰਾ ਧਰਮ ਕਰਮ ਪੀਲੇ ਪਟਕੇ ਵਿੱਚ ਸਿਮਟ ਕੇ ਰਹਿ ਜਾਂਦਾ ਹੈ। ਇਸੇ ਤਰ੍ਹਾਂ ਕੋਈ ਧੜਵੈਲ, ਸਮਗਲਰ, ਚੋਰ ਜਾਂ ਗੁੰਡਾ ਕਿਸੇ ਪਾਰਟੀ ਨੂੰ ਛੱਡ ਕੇ ਅਕਾਲੀ ਪਾਰਟੀ ਵਿੱਚ ਸ਼ਾਮਲ ਹੋਵੇ, ਉਸ ਦੇ ਗਲ ਵਿੱਚ ਝੱਟ ਪੀਲੇ ਰੰਗ ਦਾ ਸਰੋਪਾ ਪਾ ਦਿੱਤਾ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਹੀ ਬਹੁਤ ਮਾਰਕੇ ਵਾਲੀ ਗੱਲ ਹੈ। ਰਾਜਸੀ ਲੀਡਰਾਂ ਵਿੱਚੋਂ ਜਦੋਂ ਕੋਈ ਲੀਡਰ ਗੁਰਦੁਆਰੇ ਜਾਂਦਾ ਹੈ ਤਾਂ ਉੱਥੋਂ ਦੇ ਗ੍ਰੰਥੀ ਸਰੋਪੇ ਚੁੱਕੀ ਪਿੱਛੇ ਪਿੱਛੇ ਨੱਠੇ ਫਿਰਦੇ ਨੇ। ਲੀਡਰ ਲੋਕ ਜਿੰਨੀ ਵਾਰੀ ਮਰਜ਼ੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਜਾਣ, ਉਤਨੀ ਵਾਰੀ ਹੀ ਉਹਨਾਂ ਦੇ ਗਲ ਵਿੱਚ ਉੱਥੋਂ ਦਾ ਪੁਜਾਰੀ ਸਰੋਪਾ ਜ਼ਰੂਰ ਪਾ ਦਿੰਦਾ ਹੈ। ਫੋਨ ਕਰਕੇ ਪਹਿਲਾਂ ਹੀ ਦੱਸਿਆ ਹੁੰਦਾ ਕਿ ਅਮਕਾ ਲੀਡਰ ਆ ਰਿਹਾ ਹੈ ਅਤੇ ਸਰੋਪਾ ਤਿਆਰ ਰੱਖੋ। ਕੰਮ ਕੋਈ ਵੀ ਸਮਾਜ ਦੇ ਭਲੇ ਦਾ ਨਹੀਂ ਕੀਤਾ, ਪਰ ਸਰੋਪਾ ਹਾਜ਼ਰ ਹੈ। ਅਤੇ ਸਗੋਂ ਪੰਥ ਦਾ ਬੇਅੰਤ, ਸਮਾਜ ਦਾ ਬਹੁਤ ਸਾਰਾ ਲੀਡਰਾਂ ਨੇ ਨੁਕਸਾਨ ਵੀ ਕੀਤਾ ਹੈ, ਪਰ ਸਰੋਪਾ ਫਿਰ ਵੀ ਹਾਜ਼ਰ ਹੈ। ਅਤੇ ਪੁਜਾਰੀ ਫਿਰ ਵੀ ਨੀਵੀਂ ਪਾਈ ਉਹਨਾਂ ਦੇ ਅੱਗੇ ਹੱਥ ਜੋੜੀ ਖਲੋਤਾ ਹੁੰਦਾ ਹੈ। ਬਿਨਾਂ ਕੋਈ ਚੰਗਾ ਕੰਮ ਕੀਤੇ ਗੁਰਦੁਆਰਿਆਂ 'ਚੋਂ ਸਰੋਪੇ ਸ਼ਰੇਆਮ ਮਿਲਦੇ ਨੇ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਮੰਡੀ ਸਕੇਤ ਗੁਰਦੁਆਰੇ ਦੇ ਗ੍ਰੰਥੀ ਸਿੰਘ ਨੂੰ ਉੱਥੇ ਪਹੁੰਚ ਕੇ ਅਸੀਂ ਕਿਤਾਬਾਂ ਦਾ ਸੈੱਟ ਦੇ ਦਿੱਤਾ। ਅਸੀਂ ਤਾਂ ਪ੍ਰਸ਼ਾਦਾ ਛਕ ਕੇ ਸੌਂ ਗਏ। ਗ੍ਰੰਥੀ ਸਿੰਘ ਸਾਰੀ ਰਾਤ ਕਿਤਾਬਾਂ ਪੜ੍ਹਦਾ ਰਿਹਾ। ਸਵੇਰ ਹੋਈ ਤੋਂ ਅਸੀਂ ਚਾਹ ਪਾਣੀ ਪੀਣ ਉਸ ਦੇ ਕਮਰੇ ਵਿੱਚ ਚਲੇ ਗਏ। ਗ੍ਰੰਥੀ ਨੇ ਮੈਨੂੰ ਪੁੱਛਿਆ, ਪ੍ਰੋਫੈਸਰ ਇੰਦਰ ਸਿੰਘ ਘੱਗਾ ਤੁਸੀਂ ਹੋ? ਮੈਂ ਕਿਹਾ, ਹਾਂਜੀ ਮੈਂ ਹੀ ਹਾਂ। ਗ੍ਰੰਥੀ ਸਿੰਘ ਖੜ੍ਹਾ ਹੋਇਆ ਅਤੇ ਆ ਕੇ ਗੋਡੇ ਫੜ ਕੇ ਬੈਠ ਗਿਆ। ਮੈਂ ਕਾਰਨ ਪੁੱਛਿਆ। ਆਖਣ ਲੱਗਾ, ਮੈਂ ਤੁਹਾਡੇ ਵਿਰੁੱਧ ਬਹੁਤ ਕੁਝ ਸੁਣਿਆ ਸੀ। ਮੈਨੂੰ ਮਹਿਸੂਸ ਹੋਣ ਲੱਗ ਪਿਆ ਸੀ ਕਿ ਤੁਸੀਂ ਪੰਥ ਦੇ ਬਹੁਤ ਖਤਰਨਾਕ ਦੁਸ਼ਮਣ ਹੋ। ਮੇਰੇ ਮਨ ਅੰਦਰ ਗੁੱਸੇ ਦੀ ਅੱਗ ਲੱਗੀ ਹੋਈ ਸੀ। ਸੋਚਦਾ ਸਾਂ, ਕਾਸ਼ ਮੈਨੂੰ ਇਹ ਬੰਦਾ ਕਿਤੇ ਮਿਲ ਜਾਵੇ। ਕੀਤੇ ਦੀ ਸਜ਼ਾ ਮੈਂ ਦੇ ਕੇ ਰਹਾਂਗਾ। ਪਰ ਤੁਹਾਡੀ ਕਿਤਾਬ ਮੈਂ ਕੋਈ ਨਹੀਂ ਪੜ੍ਹੀ ਸੀ। ਸਾਰੀ ਰਾਤ ਮੈਂ ਤੁਹਾਡੀਆਂ ਦਿੱਤੀਆਂ ਆਹ ਕਿਤਾਬਾਂ ਪੜ੍ਹਦਾ ਰਿਹਾ। ਕਈਆਂ ਦੇ ਪੰਨੇ ਫਰੋਲਦਾ ਰਿਹਾ। ਕਦੀ ਕਿਸੇ ਪੰਨੇ ਤੋਂ, ਕਦੀ ਕਿਸੇ ਪੰਨੇ ਤੋਂ ਪੜ੍ਹਿਆ। ਕੋਈ ਇੱਕ ਪੰਗਤੀ ਵੀ ਮੈਨੂੰ ਅਜਿਹੀ ਨਹੀਂ ਲੱਭੀ ਜੋ ਗੁਰਬਾਣੀ ਦੇ ਅਸੂਲਾਂ ਤੋਂ ਉਲਟ ਹੋਵੇ। ਮੈਨੂੰ ਤੁਸੀਂ ਮਾਫ਼ ਕਰ ਦਿਓ। ਉਸ ਦੀਆਂ ਅੱਖਾਂ ਵਿੱਚੋਂ ਪਾਣੀ ਵਹਿ ਰਿਹਾ ਸੀ। ਮੈਂ ਪਿਆਰ ਨਾਲ ਉਠਾ ਕੇ ਆਪਣੇ ਗਲ ਨਾਲ ਲਾਇਆ, ਆਪਣੇ ਕੋਲ ਬਿਠਾਇਆ। ਹੋਰ ਬਹੁਤ ਸਾਰੇ ਸਵਾਲ ਜਵਾਬ ਹੋਏ। ਉਸਨੇ ਇਹ ਸੁਝਾਅ ਵੀ ਦਿੱਤਾ ਕਿ ਜੋ ਨੌਜਵਾਨ ਇਸ ਗੁਰਦੁਆਰੇ ਵਿੱਚ ਅਤੇ ਹੋਰ ਗੁਰਦੁਆਰਿਆਂ ਵਿੱਚ ਰਾਤ ਨੂੰ ਠਹਿਰਦੇ ਹਨ, ਉਹਨਾਂ ਨੂੰ ਗੁਰਮਤ ਬਾਰੇ ਚੰਗਾ ਸਾਹਿਤ ਦਿੱਤਾ ਜਾਵੇ। ਸੌਣ ਤੋਂ ਪਹਿਲਾਂ ਇੱਕ ਲੈਕਚਰ ਰੋਜ਼ਾਨਾ ਹੋ ਜਾਇਆ ਕਰੇ। ਪਰ ਇਹ ਸਭ ਇਕੱਲਾ ਵਿਅਕਤੀ ਨਹੀਂ ਕਰ ਸਕਦਾ। ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਹੀ ਕਰ ਸਕਦੀਆਂ ਹਨ। ਦੁਬਾਰਾ ਛੇਤੀ ਮਿਲਣ ਦੀ ਆਸ ਲੈ ਕੇ ਅਤੇ ਆਸ ਦੇ ਕੇ ਅਸੀਂ ਉੱਥੋਂ ਵਾਪਸ ਆ ਗਏ। ਅਗਲਾ ਪੜਾਅ ਸਾਡਾ
ਪਹਿਲਾਂ ਮਿੱਥੇ ਸਮੇਂ ਮੁਤਾਬਕ ਇੱਕ ਸ਼ਰਧਾਵਾਨ ਗੁਰਸਿੱਖ ਭਾਈ ਧਰਮਪਾਲ ਸਿੰਘ ਕੋਲ ਕਲਪਤਨਾਮਾ ਹੈ। ਧਰਮਪਾਲ ਸਿੰਘ ਕੋਲ ਸੀ। ਇਹ ਵੀਰ ਆਰਥਿਕ ਪੱਖੋਂ ਕਾਫੀ ਮਜ਼ਬੂਤ ਹੈ। ਦੇਸ਼ ਵਿਦੇਸ਼ ਵਿੱਚ ਕਾਰੋਬਾਰ ਫੈਲਿਆ ਹੋਇਆ ਹੈ। ਇਹਨਾਂ ਦੀ ਸ਼ਰਧਾ ਭਾਵਨਾ ਦਾ ਫਾਇਦਾ ਉਠਾਉਂਦਿਆਂ ਕਈ ਸਾਧਾਂ ਨੂੰ ਦਸਵੰਧ ਦੇ ਬਹਾਨੇ ਇਹਨਾਂ ਤੋਂ ਲੱਖਾਂ ਰੁਪਏ ਡਕਾਰ ਲਏ ਹਨ। ਜਦੋਂ ਕੋਈ ਸਾਧ ਆਉਂਦਾ ਹੈ 10 ਲੱਖ ਦੀ ਲੋੜ ਦੱਸਦਾ ਹੈ, ਜੇ 10 ਨਹੀਂ ਤਾਂ 5 ਲੱਖ ਤਾਂ ਇਹ ਵੀਰ ਧਰਮਪਾਲ ਉਸ ਨੂੰ ਦੇ ਹੀ ਦਿੰਦਾ ਹੈ। ਕੁਝ ਸਾਲ ਪਹਿਲਾਂ ਧਰਮਪਾਲ ਸਿੰਘ ਨਾਲ ਮਿਲਣ ਦਾ ਸਮਾਂ ਤੈਅ ਕਰ ਲਿਆ। ਇਹ ਖੁਦ ਆਇਆ ਤੇ ਹੋਰ ਵੀ 10-12 ਮਾਈ ਭਾਈ ਗੁਰਸਿੱਖ ਇਸ ਦੇ ਨਾਲ ਆਏ ਹੋਏ ਸਨ। ਰਸਮੀ ਫਤਿਹ ਤੋਂ ਬਾਅਦ ਭਾਈ ਗੁਰਚਰਨ ਸਿੰਘ ਜਿਉਣਵਾਲਾ ਨੇ ਸਾਰਿਆਂ ਦੀ ਸੰਖੇਪ ਜਾਣਕਾਰੀ ਦਿੱਤੀ। ਉਪਰੰਤ ਸਿਲਸਿਲਾ ਸ਼ੁਰੂ ਹੋ ਗਿਆ ਗੁਰਮਤਿ ਬਾਰੇ ਸਵਾਲ ਜਵਾਬ ਦਾ। ਭਾਈ ਧਰਮਪਾਲ ਸਿੰਘ ਕੋਈ ਆਮ ਜਿਹਾ ਸਿੱਖ ਤਾਂ ਹੈ ਨਹੀਂ। ਪਿਤਾ ਉਹਨਾਂ ਦੇ ਵੱਡੇ ਸਰਕਾਰੀ ਅਹੁਦੇ ਤੋਂ ਰਿਟਾਇਰ ਹੋਏ ਸਨ। ਪੜ੍ਹਾਈ ਇਹਨਾਂ ਦੀ ਵਧੀਆ ਸਕੂਲਾਂ ਕਾਲਜਾਂ ਵਿੱਚ ਹੋਈ ਸੀ। ਆਪਣਾ ਵਪਾਰ ਸ਼ੁਰੂ ਕੀਤਾ ਤਾਂ ਉਸ ਵਿੱਚ ਕਾਮਯਾਬੀ ਪ੍ਰਾਪਤ ਕੀਤੀ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੀ ਇਹਨਾਂ ਨੇ ਯਾਤਰਾ ਕੀਤੀ। ਤਰ੍ਹਾਂ ਤਰ੍ਹਾਂ ਦੇ ਬੰਦਿਆਂ ਨਾਲ ਇਸ ਦਾ ਵਾਹ ਪੈਂਦਾ ਹੀ ਰਹਿੰਦਾ ਹੈ। ਭਾਈ ਧਰਮਪਾਲ ਸਿੰਘ ਅਤੇ ਉਸ ਦੇ ਸੰਗੀ ਸਾਥੀ ਪੂਰੀ ਉਤਸੁਕਤਾ ਨਾਲ ਸਵਾਲ ਕਰ ਰਹੇ ਸਨ। ਸਵਾਲ ਹੋਏ ਨਾਮ ਸਿਮਰਨ ਬਾਰੇ, ਸਵਾਲ ਕਰਾਮਾਤਾਂ ਬਾਰੇ, ਸਵਾਲ 84 ਲੱਖ ਜੂਨਾਂ ਜਾਂ ਆਵਾਗਮਨ ਬਾਰੇ, ਸਵਾਲ ਮਾਸ ਖਾਣ ਜਾਂ ਨਾ ਖਾਣ ਬਾਰੇ, ਸਵਾਲ ਅੰਮ੍ਰਿਤ ਵੇਲਾ ਅਤੇ ਨਿਤਨੇਮ ਬਾਰੇ, ਸਵਾਲ ਦਸਵੰਧ ਬਾਰੇ ਤੇ ਗੁਰਦੁਆਰੇ ਜਾ ਕੇ ਸੇਵਾ ਕਰਨ ਬਾਰੇ, ਸੰਤਾਂ ਸਾਧਾਂ ਬਾਰੇ ਸਵਾਲ, ਦਸਮ ਗ੍ਰੰਥ ਬਾਰੇ ਸਵਾਲ, ਫਿਰ ਸਿੱਖ ਦਾ ਜੀਵਨ ਮਨੋਰਥ ਕੀ ਹੈ ਇਹ ਸਵਾਲ। ਉਹ ਸਵਾਲ ਕਰਦੇ ਗਏ। ਮੈਂ ਆਪਣੀ ਸਮਝ ਅਨੁਸਾਰ ਜਵਾਬ ਦਿੰਦਾ ਗਿਆ। 4 ਘੰਟੇ ਲਗਾਤਾਰ ਸ਼ਬਦੀ ਜੰਗ ਚੱਲਦੀ ਰਹੀ। ਮੇਰੇ ਜਵਾਬਾਂ ਤੋਂ ਧਰਮਪਾਲ ਸਿੰਘ ਕਈ ਵਾਰੀ ਖਫਾ ਹੋਏ। ਚਿਹਰੇ 'ਤੇ ਪਸੀਨੇ ਦੀਆਂ ਬੂੰਦਾਂ ਉੱਭਰਦੀਆਂ, ਅੱਖਾਂ ਵਿੱਚ ਲਾਲ ਡੋਰੇ ਵਿਖਾਈ ਦਿੰਦੇ। ਮੈਂ 2-4 ਮਿੰਟ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਾ, ਫਿਰ ਤਾਬੜਤੋੜ ਸਵਾਲਾਂ ਦੇ ਹਮਲੇ ਸ਼ੁਰੂ ਹੋ ਜਾਂਦੇ। 4 ਘੰਟਿਆਂ ਦੀ ਲੰਮੀ ਸ਼ਬਦੀ ਲੜਾਈ ਤੋਂ ਬਾਅਦ ਧਰਮਪਾਲ ਸਿੰਘ ਜੀ ਆਪਣੀ ਕੁਰਸੀ ਤੋਂ ਧੀਰਜ ਨਾਲ ਉੱਠੇ। ਹੌਲੀ ਹੌਲੀ ਮੇਰੇ ਵੱਲ ਵੱਧਦੇ ਗਏ। ਸਾਰੇ ਪਾਸੇ ਖਾਮੋਸ਼ੀ ਛਾ ਗਈ। 15-20 ਬੰਦੇ ਸਾਹ ਰੋਕੀ ਨਜ਼ਰਾਂ ਗੱਡੀ ਉਸ ਵੱਲ ਵੇਖ ਰਹੇ ਸਨ। ਧਰਮਪਾਲ ਸਿੰਘ ਮੇਰੇ ਸਾਹਮਣੇ ਆ ਕੇ ਕੁਝ ਸਮਾਂ ਰੁਕਿਆ। ਪਰਸ ਵਿੱਚੋਂ ਮਾਇਆ ਦੀ ਗੁੱਥੜੀ ਕੱਢੀ, ਮੇਰੇ ਪੈਰਾਂ ਵਿੱਚ ਰੱਖ ਦਿੱਤੀ। ਖੁਦ ਮੇਰੇ ਪੈਰਾਂ ਵਿੱਚ ਬੈਠ ਗਿਆ। ਇੱਕ ਵਾਰੀ ਤਾਂ ਮੈਂ ਵੀ 605 ਜਿਹੀ ਵਿੱਚ ਪੈ ਗਿਆ ਕਿ ਕੀ ਮਾਜਰਾ ਹੈ। ਉਸ ਦੇ ਬੈਠ ਜਾਣ ਨਾਲ ਗੱਲ ਸਮਝ ਆ ਗਈ। ਮੈਂ ਉਸ ਨੂੰ ਬਾਂਹ ਫੜ ਕੇ ਸਤਿਕਾਰ ਨਾਲ ਆਪਣੇ ਬਰਾਬਰ ਬਿਠਾਇਆ। 2 ਮਿੰਟ ਦੀ ਖਾਮੋਸ਼ੀ ਤੋਂ ਬਾਅਦ ਮੈਂ ਪੁੱਛਿਆ, ਕੋਈ ਹੋਰ ਸਵਾਲ? ਆਖਣ ਲੱਗਿਆ, ਜ਼ਿੰਦਗੀ ਦਾ ਬਹੁਤ ਲੰਮਾ ਸਮਾਂ ਅੰਧਕਾਰ ਵਿੱਚ ਟੁਰਦਿਆਂ ਵੀਰ ਜੀਓ ਮੈਂ ਗੁਜ਼ਾਰ ਦਿੱਤਾ। ਪੈਸਾ ਬਹੁਤ ਰੋੜਿਆ, ਸੰਤਾਂ ਮਹੰਤਾਂ ਨੂੰ ਬਹੁਤ ਪੈਸਾ ਦਿੱਤਾ, ਪਰ ਜੋ ਕੁਝ ਅੱਜ ਮੇਰੇ ਪੱਲੇ ਪਿਆ ਹੈ ਇਸ ਦੀ ਕੋਈ ਕੀਮਤ ਨਹੀਂ ਹੈ। ਮੇਰੀ ਜ਼ਿੰਦਗੀ ਦਾ ਅੱਜ ਇਨਕਲਾਬੀ ਮੋੜ ਹੈ। ਅੱਜ ਦਾ ਤੁਹਾਡੇ ਨਾਲ ਮਿਲਾਪ ਧਰਮ ਪ੍ਰਚਾਰ ਕੇਂਦਰ ਚਾਲੂ ਕਰ ਦਿਓ, ਉਸ ਦਾ ਸਾਰਾ ਖਰਚਾ ਮੈਂ ਧਰਮਪਾਲ ਸਿੰਘ ਦਿਆਂਗਾ। ਅੱਗੇ ਤੋਂ ਸਾਡਾ ਮਿਲਾਪ ਬਣਿਆ ਰਹੇਗਾ। ਮੈਂ ਜਦੋਂ ਉਸ ਨੋਟਾਂ ਵਾਲੀ ਗੁੱਥੀ ਦੀ ਗਿਣਤੀ ਕੀਤੀ ਤਾਂ 20,000 ਰੁਪਏ ਸਨ। ਮੈਂ ਉਸੇ ਵਕਤ ਭਾਈ ਗੁਰਚਰਨ ਸਿੰਘ ਦੇ ਹਵਾਲੇ ਸਾਰੀ ਰਕਮ ਕਰ ਦਿੱਤੀ ਤਾਂ ਕਿ ਉਹ ਧਰਮ ਪ੍ਰਚਾਰ ਦੇ ਸਾਂਝੇ ਖਾਤੇ ਵਿੱਚ ਇਸ ਨੂੰ ਜਮ੍ਹਾਂ ਕਰ ਲੈਣ। ਸਾਰਿਆਂ ਨਾਲ ਨਿਰੰਤਰ ਤਾਲਮੇਲ ਬਣਿਆ ਰਹੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਅਜਿਹੇ ਅਨੇਕਾਂ ਮੌਕੇ ਦਿੱਤੇ ਜਿੱਥੇ ਬੇਅੰਤ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪਿਆ। ਉੱਥੇ ਅਜਿਹੇ ਭਰਾ ਵੀ ਮਿਲੇ ਜਿਨ੍ਹਾਂ ਨੇ ਬੇਅੰਤ ਹੌਸਲਾ ਅਫਜ਼ਾਈ ਵੀ ਕੀਤੀ ਤੇ ਆਪਣਾ ਸਭ ਕੁਝ ਨਿਸ਼ਾਵਰ ਕਰਨ ਵਾਸਤੇ ਵੀ ਤਿਆਰ ਹੋ ਗਏ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਆਖੋ ਸਤਨਾਮ।